ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ। ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁਖ ਪਾਵਹਿ, ਕਰ ਅੰਮ੍ਰਿਤ ਘਟ ਮਾਹੀ ਜੀਓ। ਰਹਾਉ ਅਵਗੁਣ ਛੋੜ ਗੁਣਾ ਕਉ ਧਾਵਹੁ, ਕਰ ਅਵਗੁਣ ਪਛੁਤਾਹੀ ਜੀਓ। ਸਾਰੇ ਆਪ ਸਰ ਕੀ ਸਾਰ ਨਾ ਜਾਣਹਿ, ਫਿਰ ਫਿਰ ਕੀਚ ਬੁਢਾਹੀ ਜੀਓ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਓ। ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖੋ ਹਰ ਜੀਓ। ਜਨ ਨਾਨਕ ਸ਼ਬਦ ਸਲਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖੋ ਹਰ ਜੀਓ। ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ
ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਮਹਿਰਮਤ ਕਰਕੇ ਜਿੱਥੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕੀਤਾ ਹੈ, ਉੱਥੇ ਤਨ ਦੀ ਤੰਦਰੁਸਤੀ ਔਰ ਮਨ ਦਾ ਸੋਹਣਾ ਉਦਮ ਬਖਸ਼ਿਸ਼ ਕਰਕੇ ਪਾਤਸ਼ਾਹ ਨੇ ਆਪਣੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਰੋਜ਼ਾਨਾ ਦੀ ਮਰਿਆਦਾ ਦੇ ਤਹਿਤ ਆਪਾਂ ਇਸ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹਾਂ। ਅੱਜ ਦਾ ਇਹ ਪਾਵਨ ਸ਼ਬਦ ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਅੰਦਰ ਪਾਤਸ਼ਾਹ ਜੀਆਂ ਦਾ 9ਵਾਂ ਸ਼ਬਦ ਹੈ ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧਰਮ ਦੀ ਦੁਨੀਆ ਵਿੱਚ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈ ਉਹਨੂੰ ਰਹਾਉ ਬੰਦ ਵਿੱਚ ਆਧਾਰ ਬਣਾ ਕੇ ਸਤਿਗੁਰ ਜੀ ਸ਼ਬਦ ਉਚਾਰਨ ਕਰ ਰਹੇ ਹਨ। ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਸਭ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਜੁੜ ਬੈਠੇ ਹੋ ਜਾਂ ਦੂਰ ਦੁਰਾਡੇ ਘਰਾਂ ਵਿੱਚ ਦੇਸ਼ ਵਿਦੇਸ਼ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ ਟੈਲੀਵਿਜ਼ਨ ਦੇ ਰਾਹੀਂ ਸਤਿਗੁਰ ਜੀਆਂ ਦੇ ਸੁਰਤੀ ਕਰਕੇ ਚਰਨ ਪਰਸ ਰਹੇ ਹੋ, ਇੱਕ ਵਾਰ ਲਵਾਓ ਹਾਜ਼ਰੀ, ਅਸੀਸ ਬਖਸ਼ੋ। ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਬੋਲਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਤੇ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਬੋਲਣ ਦੀ ਸਮਰੱਥਾ 84 ਲੱਖ ਜੂਨਾਂ ਵਿੱਚੋਂ ਮਨੁੱਖ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਬਹੁਤ ਸ਼ਕਤੀ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਕੁਝ ਜੀਵ ਜੰਤੂ ਪੰਛੀ ਵੀ ਬੋਲਦੇ ਨੇ, ਪਰ ਸਾਧ ਸੰਗਤ ਉਹ ਸਿਖਾਏ ਹੋਏ ਬੋਲਦੇ ਨੇ। ਕੁਝ ਪੰਛੀਆਂ ਨੂੰ ਜਿੰਨੇ ਅੱਖਰ ਸਿਖਾ ਦਿਓ ਉਹ ਕਈ ਵਾਰ ਸਾਡੀ ਭਾਸ਼ਾ ਵੀ ਬੋਲਣ ਲੱਗ ਪੈਂਦੇ ਨੇ। ਪੰਛੀ ਵੀ ਆਪਸ ਵਿੱਚ ਆਪਣੀ ਬੋਲੀ ਵਿੱਚ ਗੱਲਾਂ ਕਰਦੇ ਨੇ, ਪਰ ਸਾਧ ਸੰਗਤ 84 ਲੱਖ ਜੂਨਾਂ ਵਿੱਚੋਂ ਮਨੁੱਖ ਜਾਤੀ ਇਸ ਤਰ੍ਹਾਂ ਦੀ ਅਕਾਲ ਪੁਰਖ ਰੱਬ ਨੇ ਬਣਾਈ ਹੈ ਜਿਹਨੇ ਬੋਲਣ ਵਿੱਚ ਸਮਰੱਥਾ ਰੱਖੀ ਹੈ ਔਰ ਬੋਲਣ ਵਿੱਚ ਬਹੁਤ ਜ਼ਬਰਦਸਤ ਤਰੱਕੀ ਕੀਤੀ ਹੈ। ਦੁਆਪਰ ਯੁੱਗ ਅੰਦਰ ਸ਼੍ਰੀ ਕ੍ਰਿਸ਼ਨ ਜੀਆਂ ਦੇ ਵੇਲੇ ਜਿਹੜੇ ਪੰਛੀ ਕਾਂ ਉਦੋਂ ਕਾਂ ਕਰਦੇ ਸੀ, ਹੁਣ ਵੀ ਉਸੇ ਤਰ੍ਹਾਂ ਬੋਲਦੇ ਨੇ। ਤ੍ਰੇਤੇ ਯੁੱਗ ਦੇ ਅੰਦਰ ਯੁੱਗ ਲੰਘ ਗਏ, ਸਦੀਆਂ ਲੰਘ ਗਈਆਂ। ਜਿਵੇਂ ਸਾਧ ਸੰਗਤ ਘੁੱਗੀਆਂ ਵਟੇਰੇ ਬੋਲਦੇ ਸੀ, ਚਿੜੀਆਂ ਚੀਂ-ਚੀਂ ਕਰਦੀਆਂ ਸੀ, ਹੁਣ ਵੀ ਉਹੀਓ ਭਾਸ਼ਾ 'ਚ ਬੋਲਦੀਆਂ ਨੇ। ਬੰਦੇ ਨੇ ਬੜੀ ਜ਼ਬਰਦਸਤ ਤਰੱਕੀ ਕੀਤੀ ਹੈ। ਇਹਨੇ ਸਾਧ ਸੰਗਤ ਅਨੇਕਾਂ ਸੈਂਕੜੇ ਭਾਸ਼ਾਵਾਂ ਸਿੱਖ ਲਈਆਂ ਨੇ ਬੋਲਣ ਦੀ। ਔਰ ਬੰਦੇ ਦੀ ਭਾਸ਼ਾ ਜਿਹੜੀ ਹੈ, ਪੰਛੀਆਂ ਦੀ ਭਾਸ਼ਾ ਦੂਜੇ ਦੇਸ਼ ਵਿੱਚ ਵੀ ਇਸ ਤਰ੍ਹਾਂ ਦੀ ਹੈ।
ਬੰਦੇ ਦੀ ਭਾਸ਼ਾ ਹਰ 150 ਕਿਲੋਮੀਟਰ ਤੋਂ ਬਾਅਦ ਬਦਲ ਜਾਂਦੀ ਹੈ। ਇੱਕ ਬੰਦਾ 5-5 10-10 ਭਾਸ਼ਾਵਾਂ ਬੋਲ ਲੈਂਦਾ ਹੈ। ਹੁਣ ਆਪਣੇ ਬੱਚੇ ਪੰਜਾਬੀ, ਹਿੰਦੀ, ਇੰਗਲਿਸ਼, ਫਰੈਂਚ ਕਿੰਨੀਆਂ ਭਾਸ਼ਾਵਾਂ ਸਿੱਖਦੇ ਨੇ ਜਿਹੜੇ ਬਾਹਰ ਜਾਂਦੇ ਨੇ। ਇਸ ਤਰ੍ਹਾਂ ਬੰਦੇ ਨੇ ਬੋਲਣ ਵਿੱਚ ਬਹੁਤ ਤਰੱਕੀ ਕੀਤੀ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਬੋਲਣਾ ਕਿਹੜਾ ਪ੍ਰਵਾਨ ਹੈ ਕਿ ਬਹੁਤੀਆਂ ਭਾਸ਼ਾਵਾਂ ਸਿੱਖ ਲੈਣੀਆਂ ਬਹੁਤ ਵੱਡੀ ਗੱਲ ਹੈ, ਕਿ ਬਹੁਤ ਕੁਝ ਇੰਗਲਿਸ਼ ਵਿੱਚ ਜਾਂ ਹੋਰ ਭਾਸ਼ਾਵਾਂ ਵਿੱਚ ਬੋਲਣਾ ਆ ਜਾਣਾ ਇਹ ਕੋਈ ਬਹੁਤ ਵੱਡੀ ਤਰੱਕੀ ਹੈ। ਪਾਤਸ਼ਾਹ ਨੇ ਬਚਨ ਕਿਹਾ, ਕਹਿੰਦੇ ਭਾਈ ਨਹੀਂ, ਬੋਲਿਆ ਹੋਇਆ ਕਿਹੜਾ ਪ੍ਰਵਾਨ ਹੈ, ਉਹ ਗੁਰੂ ਕੋਲੋਂ ਸਿੱਖ। ਤੂੰ ਬਹੁਤ ਭਾਸ਼ਾਵਾਂ ਸਿੱਖ ਲਈਆਂ, ਕੋਈ ਮਹਾਨ ਨਹੀਂ ਬਣ ਗਿਆ। ਚੰਗੀ ਗੱਲ ਹੈ, ਭਾਸ਼ਾਵਾਂ ਦਾ ਇਲਮ ਹੋਣਾ ਚਾਹੀਦਾ ਹੈ, ਦੂਜੀਆਂ ਲੈਂਗੁਏਜ ਸਿੱਖਣੀਆਂ ਚਾਹੀਦੀਆਂ ਨੇ, ਪਰ ਸਾਧ ਸੰਗਤ ਜਿਹੜੀ ਗੱਲ ਗੁਰੂ ਦੇ ਦਰ ਤੇ ਰੱਬ ਨੂੰ ਪ੍ਰਵਾਨ ਹੈ, ਉਹ ਪਾਤਸ਼ਾਹ ਨੇ ਕਿਹਾ ਉਹ ਕੁਝ ਬੋਲਣਾ ਸਿੱਖ, ਜਿਹੜਾ ਬੋਲਣਾ ਤੈਨੂੰ ਦਰਗਾਹ ਵਿੱਚ ਵੀ ਮਾਣ ਪ੍ਰਾਪਤ ਕਰਾਵੇ। ਉਹ ਬੋਲਣਾ ਸਿੱਖ ਜਿਹਦੇ ਬੋਲਣ ਨਾਲ ਦਰਗਾਹ ਵਿੱਚ ਵੀ ਤੇਰੀ ਪੱਤ ਹੋਵੇ। ਬਾਬਾ ਬੋਲੇ ਪੱਤ ਹੋਏ, ਉਤਮ ਸੇ ਦਰ ਉਤਮ ਕਹੀਏ, ਨੀਚ ਕਰਮ ਮੈਂ ਰੋਏ। ਉਹ ਕੁਝ ਬੋਲ ਭਾਈ ਜਿਹਦੇ ਬੋਲਣ ਨਾਲ ਦਰਗਾਹ ਵਿੱਚ ਵੀ ਤੇਰੀ ਪੱਤ ਹੋਵੇ। ਇਸ ਤਰ੍ਹਾਂ ਬੋਲਣਾ ਗੁਰੂ ਕੋਲੋਂ ਸਿੱਖ, ਜਿਹੜਾ ਤੇਰਾ ਬੋਲਿਆ ਹੋਇਆ ਥਾਂ ਪਵੇ ਦਰਗਾਹ ਵਿੱਚ। ਇਹਨੂੰ ਮਹਾਰਾਜ ਨੇ ਬਾਣੀ ਅੰਦਰ ਬਚਨ ਕਿਹਾ, ਸੰਤ ਮਿਲੇ ਕਿਛ ਸੁਣੀਐ ਕਹੀਐ। ਬੋਲਿਆ ਕਰ ਕੋਈ ਰੱਬ ਦੇ ਸਾਧੂ ਮਿਲਣ, ਚੰਗੀ ਗੱਲ ਬੋਲ। ਮਿਲਿਆ ਸੰਤ ਮਸਟ ਕਰ ਰਹੀ ਐ, ਬਾਬਾ ਬੋਲੇ ਪੱਤ ਹੋਏ, ਚੰਗਾ ਬੋਲ। ਕਿਉਂਕਿ ਰੱਬ ਦਾ ਇਹ ਵਡਿਆਈ ਹੈ ਕਿ ਉਹ ਮਿੱਠ ਬੋਲਣਾ ਹੈ। ਤੇਰੀ ਰਸਨਾ ਵੀ ਮਿੱਠਾ ਬੋਲੇ, ਤੂੰ ਦਰਗਾਹ ਵਿੱਚ ਮਹਾਨ ਪਾਏਗਾ। ਇਸ ਰਸਨਾ ਤੋਂ ਫਿੱਕਾ ਨਾ ਬੋਲ। ਜੇ ਤੂੰ ਬੋਲਣਾ ਨਾ ਸਿੱਖਿਆ, ਫਿਰ ਪਾਤਸ਼ਾਹ ਨੇ ਬਚਨ ਕਿਹਾ, ਫਿੱਕਾ ਬੋਲ ਵੇ ਗੁੱਚਣਾ, ਸੁਣ ਮੂਰਖ ਮਨ ਆ ਜਾਣ। ਭਾਈ ਤੂੰ ਕੌੜਾ ਬੋਲਦਾ ਰਹੇਗਾ, ਫਿੱਕਾ ਬੋਲਦਾ ਰਹੇਗਾ, ਝੂਠ ਬੋਲਦਾ ਰਹੇਗਾ, ਉਹਦੇ ਨਾਲ ਲੋਕ ਵਿੱਚ ਵੀ ਖੁਆਰ ਹੋਏਗਾ, ਪਰ ਲੋਕ ਵਿੱਚ ਵੀ ਖੁਆਰ ਹੋਏਗਾ। ਇਹਨੂੰ ਪਾਤਸ਼ਾਹ ਨੇ ਇੱਥੋਂ ਤੱਕ ਬਚਨ ਕਿਹਾ ਕਿ ਫਿੱਕੋ ਫਿੱਕਾ ਸਦੀਏ, ਫਿੱਕੈ ਫਿੱਕੀ ਸੋਏ, ਫਿੱਕਾ ਦਰਗਾਹ ਸੁੱਟੀਏ, ਮੂੰਹ ਥੁੱਕਾਂ ਫਿੱਕੇ ਪਾਏ। ਉੱਥੇ ਰੱਬ ਦੀ ਦਰਗਾਹ ਵਿੱਚ ਫਿੱਕਾ ਮੂਰਖ ਆਖੀਐ, ਪਾਣਾ ਲੈ ਸਜਾਏ। ਜੇ ਤੂੰ ਕੌੜਾ ਤੇ ਫਿੱਕਾ ਬੋਲਿਆ, ਰੱਬ ਦੀ ਦਰਗਾਹ ਵਿੱਚ ਪਾਣਾ ਲੈ ਸਜਾਏ ਦਾ ਅਰਥ ਪਤਾ ਕੀ ਹੈ? ਤੇਰੇ ਜੁੱਤੀਆਂ ਦੀ ਸਜ਼ਾ ਪਏਗੀ। ਜਿਹੜਾ ਕੋਈ ਬਹੁਤ ਮਾੜਾ ਹੋਵੇ ਉਹਨੂੰ ਕਹੀਦਾ ਤੇ ਜੁੱਤੀਆਂ ਮਾਰੋ। ਇੱਦਾਂ ਰੱਬ ਦੀ ਦਰਗਾਹ ਵਿੱਚ ਵੀ ਪਾਤਸ਼ਾਹ ਕਹਿੰਦੇ ਤੈਨੂੰ ਰੱਬ ਨੇ ਜ਼ੁਬਾਨ ਮਿੱਠ ਬੋਲੜੀ ਦਿੱਤੀ ਹੈ, ਤੂੰ ਕੌੜਾ ਬੋਲੇ, ਕਿਸੇ ਦਾ ਦਿਲ ਦੁਖਾਵੇਂ, ਫਿਰ ਸਜ਼ਾ ਵੇਖ ਤੈਨੂੰ ਕੀ ਮਿਲੇਗੀ। ਸਰੀਰ ਦੇ ਤਮਾਮ ਅੰਗ ਜਿਹੜੇ ਰੱਬ ਨੇ ਬਣਾਏ ਨੇ, ਸਰੀਰ ਘੜਨ ਲੱਗਿਆਂ ਹੱਡੀਆਂ ਪਾਈਆਂ ਨੇ। ਨੱਕ ਦੀ ਵੀ ਹੱਡੀ ਹੈ, ਕੰਨ ਦੀ ਵੀ ਹੱਡੀ ਹੈ, ਅੱਖ ਦੇ ਉੱਪਰ ਵੀ ਰੱਬ ਨੇ ਹੱਡੀ ਲਾਈ ਹੈ। ਸਰੀਰ ਦੇ ਹੱਥਾਂ ਦਾ ਇੱਕ ਇੱਕ ਪੋਟਾ ਹੱਡੀਆਂ ਨਾਲ ਗੁੰਦਿਆ ਪਿਆ, ਪਰ ਸਾਧ ਸੰਗਤ ਆ ਜਿਹੜੀ ਦੰਦਾਂ ਵਿੱਚ 32 ਦੰਦਾਂ ਵਿੱਚ ਜ਼ੁਬਾਨ ਹੈ, ਇਹ ਜੀਵ ਬਿਲਕੁਲ ਹੈ ਪਿਓਰ ਮਾਸ ਨਹੀਂ ਹੈ, ਇਹਦੇ ਵਿੱਚ ਹੱਡੀ ਨਹੀਂ ਪਾਈ। ਕਿਉਂ? ਤੂੰ ਨਰਮ ਬੋਲੇ, ਕਿਤੇ ਵੀ ਸਖਤ ਨਾ ਬੋਲੇ, ਕੌੜਾ ਨਾ ਬੋਲੇ। ਕੌੜਾ ਬੋਲਿਆ ਪ੍ਰਵਾਨ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੀ ਉਦਾਸੀ ਵਿੱਚ ਚਲਦਿਆਂ ਰਾਜੇ ਮਧਰੂ ਵੈਨ ਦੇ ਰਾਜ ਵਿੱਚ ਗਏ। ਉਹ ਬਹੁਤ ਬ੍ਰਹਮ ਰਾਜ ਉਹਨੇ ਤਿਆਰ ਕੀਤਾ, ਬੜੇ ਵੱਡੇ ਵੱਡੇ ਮੰਦਰ ਬਣਾਏ, ਅਦਭੁਤ ਮੂਰਤੀਆਂ ਬਣਾਈਆਂ। ਪਾਤਸ਼ਾਹ ਨੇ ਉਹਦੇ ਰਾਜ ਵਿੱਚ ਪੈਰ ਨਹੀਂ ਪਾਇਆ। ਉਹ ਰਾਜਾ ਤੀਜੇ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਆ ਕੇ ਮਿਲਦਾ ਹੈ ਔਰ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਜੀ ਮੇਰੇ ਰਾਜ ਵਿੱਚ ਚਰਨ ਪਾਓ। ਮਹਾਰਾਜ ਆ ਕੇ ਵੇਖੋ ਤਾਂ ਸਹੀ, ਮੈਂ ਮੰਦਰ ਕਿੰਨੇ ਸੋਹਣੇ ਬਣਾਏ ਨੇ, ਮੂਰਤੀਆਂ ਕਿਹੋ ਜਿਹੀਆਂ ਅਦਭੁਤ ਬਣਾਈਆਂ ਨੇ। ਮੇਰੇ ਰਾਜ ਵਿੱਚ 24 ਘੰਟੇ 8 ਪਹਿਰ ਹੋਮ ਜਗ ਤੀਰਥ ਤਪ ਪੂਜਾ ਪਾਠ ਚੱਲਦਾ ਹੈ। ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਰਾਜਨ ਕੋਈ ਗੱਲ ਨਹੀਂ, ਇਹ ਸਭ ਕੁਝ ਕਰਨ ਨਾਲ ਕੀ ਹੁੰਦਾ ਹੈ? ਇਹ ਤਾਂ ਕਾਗਜ਼ ਉੱਤੇ ਜੀਰੋਆਂ ਲਿਖਣ ਦੇ ਬਰਾਬਰ ਹੈ। ਜਿੰਨੀ ਦੇਰ ਇੱਕ ਧਰੇ ਅਸ਼ਟਾਂਗ ਨਾ ਹੋਏ, ਪਾਤਸ਼ਾਹ ਕਹਿੰਦੇ ਜਿੰਨੀ ਦੇਰ ਇੱਕ ਨਾ ਲਿਖਿਆ ਜਾਵੇ, ਜੀਰੋ ਦਾ ਕੀ ਮੁੱਲ ਪੈਂਦਾ? ਤੂੰ ਤਾਂ ਸ਼ੂਨਯ ਭਾਵ ਬਿੰਦੀਆਂ ਲਾ ਰਿਹਾ ਹੈ, ਧਰਮ ਦੇ ਕਰਮ ਸਭ ਕੁਝ ਸ਼ੂਨਯ ਹੈ। ਔਰ ਨਾਲ ਮਹਾਰਾਜ ਨੇ ਬਚਨ ਕਹੇ, ਚੱਲਾਂਗੇ ਤੇਰੇ ਰਾਜ ਵਿੱਚ, ਹੁਣ ਤੂੰ ਸਾਡੇ ਕੋਲ ਚੱਲ ਕੇ ਆਇਆ,
ਅਸੀਂ ਤੇਰੇ ਕੋਲ ਚੱਲ ਕੇ ਜਾਵਾਂਗੇ, ਤੂੰ ਵੀ ਕੋਈ ਸੇਵਾ ਕਰਨੀ ਹੈ, ਪਹਿਲਾਂ ਅਸੀਂ ਕੋਈ ਸੇਵਾ ਕਰ ਲਈਏ। ਉਹ ਕਹਿੰਦਾ ਮਹਾਰਾਜ ਸਾਧੂਆਂ ਦੀ ਸੇਵਾ ਮੈਨੂੰ ਕਰਨੀ ਚਾਹੀਦੀ ਹੈ, ਤੁਸੀਂ ਕੀ ਸੇਵਾ ਕਰਨੀ ਹੈ? ਪਾਤਸ਼ਾਹ ਨੇ ਕਿਹਾ ਕੁਝ ਨਾ ਕੋਈ ਤੈਨੂੰ ਛਕਾਉਂਦੇ ਆ। ਹਜ਼ੂਰ ਸੱਚੇ ਪਾਤਸ਼ਾਹ ਨੇ ਇਸ਼ਾਰਾ ਕਰਕੇ ਕਿਹਾ ਮਰਦਾਨਿਆ ਆਹ ਦਰਖਤ ਦੇ ਪੱਤੇ ਤੋੜ ਕੇ ਲਿਆ ਬਈ ਰਾਜੇ ਨੂੰ ਖਿਲਾਈਏ। ਜਦੋਂ ਦਰਖਤ ਦੇ ਪੱਤੇ ਰਾਜੇ ਨੂੰ ਦਿੱਤੇ, ਲਓ ਰਾਜਨ ਸਾਡੇ ਕੋਲ ਆਏ ਹੋ, ਪਹਿਲਾਂ ਛਕੋ। ਹੁਣ ਰਾਜੇ ਨੇ ਜਿਵੇਂ ਹੀ ਉਹ ਪੱਤੇ ਮੂੰਹ ਵਿੱਚ ਪਾਏ, ਉਹਨੂੰ ਕੀ ਪਤਾ ਹੈ ਕਿ ਕਿਹੜੇ ਦਰਖਤ ਦੇ ਪੱਤੇ ਨੇ, ਕਿਉਂਕਿ ਉਹ ਤਾਂ ਰਾਜਾ ਹੈ, ਉਹਨੂੰ ਇਸ ਤਰ੍ਹਾਂ ਦਾ ਦਰਖਤਾਂ ਦੀਆਂ ਕਿਸਮਾਂ ਦਾ ਇਲਮ ਨਹੀਂ। ਜਦੋਂ ਉਹਨੇ ਪੱਤਾ ਮੂੰਹ ਵਿੱਚ ਪਾਇਆ ਤਾਂ ਇੰਨਾ ਕੌੜਾ ਜ਼ਹਿਰ, ਨਿੰਮ ਦੇ ਪੱਤੇ ਬਹੁਤ ਕੌੜੇ, ਜਦੋਂ ਪਾਤਸ਼ਾਹ ਨੇ ਦਿੱਤੇ ਉਹਨੇ ਮੂੰਹ ਵਿੱਚ ਪਾਏ, ਇੱਕਦਮ ਖਾਂਦਿਆਂ ਚਿੱਥ ਕੇ ਉਹਨੇ ਥੁੱਕ ਦਿੱਤੇ। ਹਜ਼ੂਰ ਨੇ ਬਚਨ ਕਹੇ ਕੀ ਹੋਇਆ? ਉਹ ਰਾਜਾ ਬੋਲਿਆ, ਕਹਿੰਦਾ ਮਹਾਰਾਜ ਇੰਨਾ ਕੌੜਾ ਜ਼ਹਿਰ ਵਰਗਾ, ਇਹ ਤੇ ਜ਼ਹਿਰ ਵਰਗਾ ਕੌੜਾ ਤਾਂ ਮੈਂ ਥੁੱਕ ਦਿੱਤਾ। ਮੈਨੂੰ ਦੱਸੋ ਇਹ ਕਿਹੜਾ ਦਰਖਤ ਹੈ ਜਿਹਦੇ ਪੱਤੇ ਇੰਨੇ ਕੌੜੇ ਨੇ? ਮੈਂ ਇਹ ਦਰਖਤ ਆਪਣੇ ਰਾਜ ਵਿੱਚੋਂ ਜੜ ਤੋਂ ਪਟਾ ਦਾਂਗਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹੇ, ਰਾਜਨ ਜਿਵੇਂ ਕੌੜੇ ਪੱਤੇ ਖਾਂਦਿਆਂ ਤੂੰ ਥੁੱਕ ਦਿੱਤੇ ਨੇ, ਇੱਦਾਂ ਜਿਹੜਾ ਕੌੜੇ ਬੋਲ ਤੂੰ ਲੋਕਾਂ ਨੂੰ ਪਰਜਾ ਨੂੰ ਬੋਲਦੇ, ਬਾਹਰੋਂ ਧਰਮ ਦੇ ਕਰਮ ਅਲੱਗ ਗੱਲ ਹੈ, ਤੇਰੇ ਅੰਦਰ ਨਾਮ ਦੀ ਮਿਠਾਸ ਨਹੀਂ। ਜਿਹੜੇ ਤੂੰ ਕੌੜੇ ਬੋਲ ਬੋਲਦੇ ਲੋਕੀ ਵੀ ਥੁੱਕਦੇ ਨੇ, ਉਹ ਵੱਖਰੀ ਗੱਲ, ਤੇਰੇ ਮੂੰਹ ਤੇ ਨਹੀਂ ਥੁੱਕਦੇ, ਪਿੱਠ ਪਿੱਛੇ ਥੁੱਕਦੇ ਨੇ। ਤੇਰੇ ਕੌੜੇ ਬੋਲਾਂ ਤੇ ਲੋਕ ਵੀ ਥੁੱਕਦੇ ਨੇ, ਉਹ ਵੱਖਰੀ ਗੱਲ, ਤੇਰੇ ਮੂੰਹ ਤੇ ਨਹੀਂ, ਪਿੱਠ ਦੇ ਪਿੱਛੇ ਥੁੱਕ ਦਿੰਦੇ ਨੇ। ਏਦਾਂ ਸਾਧ ਸੰਗਤ ਕੌੜਾ ਬੋਲ ਪ੍ਰਵਾਨ ਨਹੀਂ। ਪਾਤਸ਼ਾਹ ਨੇ ਬਚਨ ਕਹੇ ਜ਼ਹਿਰ ਕੌੜੀ ਹੈ, ਹਾਲਾਂਕਿ ਜ਼ਹਿਰ ਦਾ ਸਵਾਦ ਨਹੀਂ ਕਿਸੇ ਨੇ ਦੱਸਿਆ, ਪਰ ਇਹ ਗੱਲ ਪ੍ਰਚਲਿਤ ਹੈ, ਸਿਆਣਿਆਂ ਦਾ ਕਥਨ ਹੈ। ਕੋਈ ਬੰਦਾ ਬਹੁਤ ਜ਼ਹਿਰ ਕੜਤਣ ਨਾਲ ਭਰਿਆ ਹੋਵੇ, ਆਪਾਂ ਕਹੀਦਾ ਬੰਦਾ ਜ਼ਹਿਰ ਵਰਗ ਹੈ। ਕੌੜਾ ਬੋਲਦਾ ਹੋਵੇ, ਆਪਾਂ ਬਾਅਦ ਚ ਕੀ ਕਹੀਦਾ ਬੜਾ ਜ਼ਹਿਰ ਨਾਲ ਭਰਿਆ, ਇਹਦਾ ਮਤਲਬ ਜ਼ਹਿਰ ਕੌੜੀ ਹੈ। ਇਹਦਾ ਜ਼ਿਕਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਸ਼ਬਦ ਉਚਾਰਨ ਕਰਕੇ ਕਿਹਾ। ਪਾਤਸ਼ਾਹ ਕਹਿੰਦੇ ਜ਼ਹਿਰ ਤੋਂ ਇਲਾਵਾ 5 ਚੀਜ਼ਾਂ ਹੋਰ ਕੌੜੀਆਂ ਨੇ, ਇੱਕ ਚੀਜ਼ ਵੀ ਕੌੜੀ ਪ੍ਰਵਾਨ ਨਹੀਂ। ਪਰ ਰਾਜਨ ਤੈਨੂੰ ਪਤਾ ਹੈ, ਜਿਹੜਾ ਨਾਮ ਨਾ ਜਪੇ, ਜਿਹਦੀ ਰਸਨਾ ਸਤਿਨਾਮ ਵਾਹਿਗੁਰੂ ਨਾ ਕਵੇ, ਜਿਹਦੀ ਰਸਨਾ ਰਾਮ ਅੱਲਾ ਵਾਹਿਗੁਰੂ ਦਾ ਨਾਮ ਨਾ ਉਚਾਰੇ, ਉਸ ਮਨਮੁਖ ਦੇ ਅੰਦਰ, ਮੁਖ ਵਿੱਚ ਤੇ ਮਨ ਦੇ ਅੰਦਰ ਇਹ 6 ਤਰ੍ਹਾਂ ਦੀ ਜ਼ਹਿਰ ਵਸਦੀ ਹੈ। ਇੱਕ ਤਰ੍ਹਾਂ ਦੀ ਜ਼ਹਿਰ ਪ੍ਰਵਾਨ ਨਹੀਂ ਹੈ, ਤੇਰੇ ਅੰਦਰ 6 ਤਰ੍ਹਾਂ ਦੀ ਜ਼ਹਿਰ ਹੈ। ਫਿਰ ਪਾਤਸ਼ਾਹ ਨੇ ਉੱਥੇ ਸ਼ਬਦ ਉਚਾਰਨ ਕੀਤਾ, ਕਹਿੰਦੇ ਤੁਮੀ ਤੁਮਾ ਵਿਸ ਅਕ ਤਤੂਰਾ ਨਿਮ ਫਲ। ਇਹ 6 ਚੀਜ਼ਾਂ ਗਣੀਆਂ। ਤੁਮੀ ਤੁਮਾ ਵਿਸ ਅਕ ਤਤੂਰਾ ਨਿਮ ਫਲ, ਮਨ ਮੁਖ ਵਸੈ ਤਿਸ ਜਿਸ ਤੂੰ ਚਿਤ ਨਾ ਆਵਈ। ਜਿਹਨੂੰ ਰੱਬ ਵਾਹਿਗੁਰੂ ਦਾ ਨਾਮ ਨਹੀਂ ਚਿੱਤੇ ਆ ਰਿਹਾ ਭਾਈ, ਉਹਦੇ ਅੰਦਰ 6 ਤਰ੍ਹਾਂ ਦੀ ਇਹ ਜ਼ਹਿਰ ਭਰੀ ਹੋਈ ਹੈ। ਰਾਜੇ ਨੇ ਸ੍ਰੀ ਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਸੀਸ ਝੁਕਾਇਆ, ਮਹਾਰਾਜ ਮੈਨੂੰ ਮਿੱਠ ਬੋਲਣ ਦੀ ਜੁਗਤ ਦੱਸੋ। ਪਾਤਸ਼ਾਹ ਨੇ ਬਚਨ ਕਿਹਾ, ਰੱਬ ਨਾਲ ਮਿੱਠ ਬੋਲ ਕੇ ਗੱਲ ਕੀਤੀ ਜਾ ਸਕਦੀ, ਉਹਦੀ ਤਾਂ ਬੋਲੀ ਹੀ ਮਿੱਠਾ ਬੋਲਣਾ। ਪਾਠ ਪੂਜਾ ਕਰਨੀ, ਧਰਮ ਦੇ ਕਰਮ ਕਰਨੇ ਚੰਗੀ ਗੱਲ ਹੈ। ਅੱਜ ਵੀ ਹਜ਼ੂਰ ਇਹੋ ਗੱਲ ਕਹਿ ਰਹੇ ਨੇ ਸ਼ਬਦ ਵਿੱਚ ਕਿ ਭਾਈ ਆ ਛੋਡੋ ਵੇਸ ਭੇਖ ਚਤੁਰਾਈ। ਧਰਮ ਦਾ ਭੇਖ ਜਿਹੜਾ ਬਾਹਰੋਂ ਧਾਰਨ ਕੀਤਾ, ਇਹ ਚਤੁਰਾਈਆਂ ਰੱਬ ਨੂੰ ਪ੍ਰਵਾਨ ਨਹੀਂ। ਅਸਲੀਅਤ ਕੀ ਹੈ? ਉਹਦੀ ਬੋਲੀ, ਉਹਦੀ ਭਾਸ਼ਾ, ਉਹਦੀ ਲੈਂਗੁਏਜ ਪਿਆਰ ਹੈ, ਪ੍ਰੇਮ ਨਾਲ ਉਹਨੂੰ ਬੋਲਿਆ ਜਾਂਦਾ ਹੈ, ਨਿਮਰਤਾ ਨਾਲ ਉਹਨੂੰ ਉਚਾਰਿਆ ਜਾਵੇ। ਪ੍ਰੇਮ ਹੀ ਰੱਬ ਦੀ ਭਾਸ਼ਾ ਹੈ, ਹੋਰ ਕੋਈ ਭਾਸ਼ਾ ਨਹੀਂ। ਇਹ ਬੇਨਤੀ ਮੈਂ ਕਈ ਵਾਰ ਕਹੀ, ਜਦੋਂ ਤੁਸੀਂ ਕਿਸੇ ਕੰਟਰੀ ਦਾ ਵੀਜ਼ਾ ਲੈਣ ਲਈ ਐਮਬੈਸੀ ਵਿੱਚ ਇੰਟਰਵਿਊ ਦਿੰਦੇ ਹੋ, ਉੱਥੇ ਬੈਠਾ ਹੋਇਆ ਉਹ ਜਿਹੜੇ ਦੇਸ਼ ਦਾ ਬੰਦਾ ਹੈ ਉਹਨੂੰ ਉਸ ਭਾਸ਼ਾ ਦਾ ਪਤਾ ਹੈ। ਉਹ ਜਦੋਂ ਇੰਟਰਵਿਊ ਲੈਂਦਾ ਹੈ ਤਾਂ ਜਿਹਦੇ ਕੋਲੋਂ ਇੰਟਰਵਿਊ ਲੈਣੀ ਹੈ ਉਹਨੂੰ ਪੁੱਛਦਾ ਵੀ ਤੈਨੂੰ ਮੇਰੀ ਭਾਸ਼ਾ ਆਉਂਦੀ ਹੈ? ਨਹੀਂ ਆਉਂਦੀ ਤਾਂ ਫਿਰ ਉਹ ਗੱਭੇ ਇੱਕ ਬੰਦਾ ਪੁਆਇੰਟ ਕਰਦਾ ਹੈ, ਸਾਧ ਸੰਗਤ ਜਿਹੜਾ ਟਰਾਂਸਲੇਟਰ ਹੁੰਦਾ ਉਹ ਤੁਹਾਡੀ ਗੱਲ ਉਹਦੇ ਤੱਕ ਉੱਤਰ ਵਿੱਚ ਪਹੁੰਚਾਉਂਦਾ, ਉਹਦਾ ਕੁਐਸਚਨ ਪ੍ਰਸ਼ਨ ਤੁਹਾਨੂੰ ਦੱਸਦਾ, ਉਹ ਟਰਾਂਸਲੇਟਰ ਵਿੱਚ ਗੱਲ ਕਰਾਉਂਦਾ। ਉਸ ਅਫਸਰ ਦੇ ਨਾਲ ਗੱਲ ਕਰਨ ਲਈ ਉਹਦੀ ਭਾਸ਼ਾ ਆਉਣੀ ਚਾਹੀਦੀ ਹੈ। ਜਿਹੜੇ ਦੇਸ਼ ਵਿੱਚ ਜਾਣਾ ਉੱਥੋਂ ਦੇ ਲੋਕਾਂ ਦੀ ਭਾਸ਼ਾ ਆਉਣੀ ਚਾਹੀਦੀ ਹੈ, ਤਾਈਓ ਲੋਕ ਸਿੱਖਦੇ ਨੇ। ਆ ਬੱਚੇ ਜਿਹੜੇ ਆਈਲੈਟਸ ਕਰਕੇ ਬਾਹਰ ਜਾਂਦੇ ਨੇ, ਇੱਦਾਂ ਪਾਤਸ਼ਾਹ ਕਹਿੰਦੇ ਇੱਕ ਦੇਸ਼ ਤੋਂ ਭਾਈ ਤੂੰ ਦੂਜੇ ਦੇਸ਼ ਵਿੱਚ ਜਾਣ ਲਈ ਭਾਸ਼ਾ ਸਿੱਖ ਲੈਣਾ,
ਕਦੇ ਐਸ ਲੋਕ ਵਿੱਚ ਰਹਿਣ ਵਾਲਿਆ ਪਰਮਾਤਮਾ ਨਾਲ ਗੱਲ ਕਰਨ ਦੀ ਭਾਸ਼ਾ ਵੀ ਸਿੱਖ, ਰੱਬ ਨਾਲ ਗੱਲ ਕਿਵੇਂ ਕਰਨੀ ਉਹ ਵੀ ਭਾਸ਼ਾ ਸਿੱਖ। ਉਹ ਸਤਿਗੁਰੂ ਸਾਨੂੰ ਰੋਜ਼ ਜਪਜੀ ਸਾਹਿਬ ਵਿੱਚ ਸਿਖਾਉਂਦੇ। ਪਾਤਸ਼ਾਹ ਬਚਨ ਕਹਿੰਦੇ ਭਾਈ ਉਹਦੀ ਭਾਸ਼ਾ ਹੀ ਮਿੱਠ ਬੋਲੜੀ ਹੈ। ਸਾਜਾ ਸਾਹਿਬ ਸਾਚ ਨਾਏ ਭਾਖਿਆ, ਭਾਉ ਅਪਾਰ, ਭਾਉ ਦਾ ਅਰਥ ਪ੍ਰੇਮ, ਭਾਖਿਆ ਦਾ ਅਰਥ ਬੋਲੀ ਭਾਸ਼ਾ। ਰੱਬ ਦੀ ਭਾਸ਼ਾ ਭਾਖਿਆ ਕੀ ਹੈ? ਭਾਉ ਅਪਾਰ। ਉਹ ਪ੍ਰੇਮ ਭਾਸ਼ਾ ਨਾਲ ਉਹਨੂੰ ਬੁਲਾਇਆ ਜਾਂਦਾ ਹੈ। ਤੂੰ ਜਿਵੇਂ ਮਰਜ਼ੀ ਕਹਿ, ਵਾਹਿਗੁਰੂ ਕਹਿ, ਵਾਹਿਗੁਰੂ ਕਹਿ, ਵਾਹੇ ਗੁਰੂ ਕਹਿ, ਪਰ ਪ੍ਰੇਮ ਨਾਲ ਕਹਿ। ਉਹਨੂੰ ਪ੍ਰੇਮ ਨਾਲ ਜਪਿਆ ਨਾਮ ਪ੍ਰਵਾਨ ਹੈ। ਉਹਨੂੰ ਤਾਂ ਕੋਈ ਗੁਰੂ ਵਾਹ ਵੀ ਪ੍ਰੇਮ ਨਾਲ ਕਹਿ ਲੈ ਤਾਂ ਵੀ ਪ੍ਰਵਾਨ ਹੈ। ਉਹ ਤਾਂ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਮਾਈ ਆ ਕੇ ਅਰਦਾਸ ਦੇ ਅੱਖਰ ਬਾਹਰੋਂ ਭੁੱਲ ਜਾਂਦੀ ਹੈ। ਸੱਚੇ ਪਾਤਸ਼ਾਹ ਦਾ ਕੱਲ੍ਹ ਨੂੰ ਤੁਸੀਂ ਦਿਨ ਮਨਾਉਣਾ। ਅੱਜ ਭਗਤ ਕਬੀਰ ਸਾਹਿਬ ਜੀਆਂ ਦਾ ਜਨਮ ਦਿਹਾੜਾ ਹੈ। ਇਹ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਮੈਂ ਭਗਤ ਕਬੀਰ ਸਾਹਿਬ ਦੇ ਸ਼ਬਦਾਂ ਨਾਲ ਅੱਗੇ ਕਰਾਂਗਾ। ਸਿਖਾਈ ਹੋਈ ਅਰਦਾਸ ਮਾਈ ਨੂੰ ਕਿਸੇ ਨੇ ਕਹਿਤੀ, ਜਦੋਂ ਤੇਰੀ ਵਾਰੀ ਆਵੇ ਕਹਿ ਦੇਈਂ ਸੱਚੇ ਪਾਤਸ਼ਾਹ ਜੀ ਅਸੀਂ ਮੰਗਤੇ ਤੁਸੀਂ ਦਾਤੇ, ਅਸੀਂ ਪਾਪੀ ਤੁਸੀਂ ਬਖਸ਼ਣਹਾਰ, ਪਾਪ ਬਖਸ਼ੋ ਪਾਤਸ਼ਾਹ, ਸਾਨੂੰ ਮੰਗਤਿਆਂ ਨੂੰ ਝੋਲੀ ਭਰੋ। ਉਹ ਰੱਟਦੀ ਰਹੀ ਵਿਚਾਰੀ ਮਾਈ। ਜਦੋਂ ਛੇਵੇਂ ਪਾਤਸ਼ਾਹ ਤੱਕ ਵਾਰੀ ਆ ਗਈ ਨਾ ਮੱਥਾ ਟੇਕਣ ਦੀ, ਰੱਟਦਿਆਂ ਉਹਦੇ ਅੱਖਰ ਬਦਲ ਗਏ। ਥੋੜੀ ਘਾਬਰ ਗਈ, ਨਰਵਸ ਹੋ ਗਈ ਤੇ ਅੱਖਰ ਬਦਲ ਗਏ। ਗੁਰੂ ਕੋਲ ਆਉਂਦੇ ਆ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਕਹਿੰਦੀ, ਮਹਾਰਾਜ ਤੁਸੀਂ ਪਾਪੀ ਅਸੀਂ ਬਖਸ਼ਣਹਾਰ, ਤੁਸੀਂ ਮੰਗਤੇ ਮਹਾਰਾਜ ਅਸੀਂ ਦਾਤੇ। ਕਿਸੇ ਸਿੱਖ ਨੇ ਉੱਠ ਕੇ ਹਲੂਣਾ ਦੇ ਕੇ ਕਿਹਾ, ਮਾਈ ਇਹ ਕੀ ਕਹੀ ਜਾਨੀ? ਡਰ ਗਈ ਵਿਚਾਰੀ, ਹੱਥ ਜੋੜ ਕਹਿੰਦੀ ਮਹਾਰਾਜ ਗਲਤੀ ਹੋ ਗਈ, ਮਹਾਰਾਜ ਤੁਸੀਂ ਬਖਸ਼ਣਹਾਰ। ਸੱਚੇ ਪਾਤਸ਼ਾਹ ਹੱਸ ਪਏ, ਕਹਿੰਦੇ ਮਾਈ ਜਿਹੜੇ ਤੂੰ ਪਹਿਲੇ ਸ਼ਬਦਾਂ ਵਿੱਚ ਬੋਲਿਆ ਉਹੀ ਅਰਦਾਸ ਪ੍ਰਵਾਨ ਹੈ। ਕਿਉਂਕਿ ਪਹਿਲਾਂ ਤੂੰ ਭਾਵਨਾ ਨਾਲ ਬੋਲਿਆ, ਉਦੋਂ ਤੇਰੀ ਸੁਰਤ ਜੁੜੀ ਹੋਈ ਸੀ, ਉਦੋਂ ਪ੍ਰੇਮ ਨਾਲ ਕਹਿ ਰਹੀ ਸੀ। ਹੁਣ ਤਾਂ ਸਿਖਾਏ ਹੋਏ ਅੱਖਰ ਨੇ, ਜਿਹੜਾ ਪ੍ਰੇਮ ਨਾਲ ਬੋਲਿਆ ਉਹੀਓ ਪ੍ਰਵਾਨ ਹੈ। ਦੱਸ ਚਾਹੀਦਾ ਕੀ ਹੈ? ਕਹਿਣ ਤੋਂ ਭਾਵ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਅੰਦਰ ਪ੍ਰੇਮ ਹੋਵੇ, ਅੱਖਰ ਇੱਧਰ ਉੱਧਰ ਵੀ ਹੋ ਜਾਏ ਗੁਰੂ ਨੂੰ ਤਾਂ ਵੀ ਪ੍ਰਵਾਨ ਹੈ, ਪਰ ਅੰਦਰ ਪ੍ਰੇਮ ਹੋਵੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਜੀਓ ਕਦੇ ਨਾ ਬੋਲੇ ਕੌੜਾ। ਅੱਜ ਸੱਚੇ ਪਾਤਸ਼ਾਹ ਬਚਨ ਕਹਿੰਦੇ ਭਾਈ ਜਿਸ ਚੀਜ਼ ਲਈ ਧਰਤੀ ਉੱਤੇ ਆਇਆ ਉਹ ਗੁਰੂ ਕੋਲੋਂ ਪ੍ਰਾਪਤ ਹੋਣਾ। ਗੁਰੂ ਕੋਲੋਂ ਬੋਲਣਾ ਸਿੱਖ, ਤੂੰ ਬੋਲਣਾ ਕੀ ਹੈ? ਲੋਕਾਂ ਕੋਲੋਂ ਬੋਲਣਾ ਬਹੁਤ ਕੁਝ ਸਿੱਖ ਲਿਆ, ਲੋਕਾਂ ਦੀ ਭਾਸ਼ਾ ਬੜੀ ਸਿੱਖ ਲਈ ਹੈ। ਆਹ ਗੁਰੂ ਕੋਲੋਂ ਸਿੱਖ ਤੂੰ ਕੀ ਕਰਨਾ ਹੈ? ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਕਹਿੰਦੇ ਜਿਸ ਜਲ ਨਿਦ ਕਾਰਨ ਤੁਮ ਜਗ ਆਏ। ਨਿਦ ਦਾ ਅਰਥ ਹੁੰਦਾ ਖਜ਼ਾਨਾ। ਭਾਈ ਜਿਸ ਖਜ਼ਾਨੇ ਲਈ ਤੂੰ ਇਸ ਧਰਤੀ ਉੱਤੇ ਸਰੀਰ ਧਾਰਿਆ, ਯਾਦ ਰੱਖੀ ਉਹ ਅੰਮ੍ਰਿਤ ਦਾ ਖਜ਼ਾਨਾ ਗੁਰੂ ਦੇ ਕੋਲੋਂ ਪ੍ਰਾਪਤ ਹੋਣਾ ਹੈ। ਸੰਸਾਰ ਦੇ ਕੋਲੋਂ ਬਹੁਤ ਕੁਝ ਮਿਲਿਆ, ਸੰਸਾਰ ਤੋਂ ਸਰੀਰ ਮਿਲਿਆ, ਸੰਸਾਰ ਦੇ ਹੋਰ ਸੁੱਖ ਦੁੱਖ ਜੋ ਸੰਸਾਰ ਨਾਲ ਜੁੜਿਆ ਉਹ ਮਿਲ ਰਿਹਾ, ਪਰ ਯਾਦ ਰੱਖੀ ਗੁਰੂ ਦੇ ਕੋਲੋਂ ਉਹ ਖਜ਼ਾਨਾ ਨਿੱਧ ਮਿਲਣਾ ਜਿਸ ਦੀ ਖਾਤਰ ਇਹ ਸਰੀਰ ਧਾਰਨ ਕੀਤਾ ਹੈ। ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹੋ ਫਲ ਨਾਹੀ ਜੀਓ। ਭਾਈ ਜਿਹੜਾ ਵੇਸ ਭੇਖ ਪਹਿਰਾਵਾ ਬਾਹਰੋਂ ਤੂੰ ਰੌਲਾ ਪਾਇਆ, ਇਹ ਭੇਖ ਛੱਡ ਦੇ। ਅੰਦਰੋਂ ਹੋਰ ਤੇ ਬਾਹਰੋਂ ਹੋਰ, ਇਹ ਚੀਜ਼ ਛੱਡ। ਦਿਲੋਂ ਮੁਹੱਬਤ ਜਿਨ ਸਈ ਸੱਚਿਆਂ, ਜਿਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚਿਆਂ। ਬਾਹਰਲਾ ਇਹ ਭੇਖ ਛੋਡੋ, ਵੇਸ ਭੇਖ ਚਤੁਰਾਈ, ਰੱਬ ਚਤੁਰਾਈ ਨਾਲ ਨਹੀਂ ਮਿਲਦਾ। ਦੁਵਿਧਾ ਇਹ ਫਲ ਨਾਹੀ ਜੀਓ। ਦੁਵਿਧਾ ਵਿੱਚ, ਦੋਏ ਭਾਵ ਵਿੱਚ ਕਿ ਸੰਸਾਰ ਵੀ ਰੱਖ ਲਾਂ, ਆਹ ਕੁਝ ਵੀ ਮਿਲ ਜਾਏ, ਇਸ ਤਰ੍ਹਾਂ ਦੁਵਿਧਾ ਦੇ ਅੰਦਰ, ਦੋਏ ਭਾਵ ਦੇ ਅੰਦਰ ਤੈਨੂੰ ਇਹ ਫਲ ਪ੍ਰਾਪਤ ਨਹੀਂ ਹੋਏਗਾ। ਇੱਕ ਚੀਜ਼ ਧਿਆਨ ਨਾਲ ਸਰਵਣ ਕਰਿਓ, ਤੁਹਾਡੇ ਚਰਨਾਂ ਪਿੱਛੇ ਮੇਰੇ ਵੀ ਸਮਝ ਵਿੱਚ ਆਵੇ। ਦਵੈਸ਼ ਤੋਂ ਸੰਸਾਰ ਉਪਜਿਆ, ਆਪਾਂ ਦੋ ਤੋਂ ਅਲੱਗ ਹੋਏ ਨਹੀਂ ਸਕਦੇ।
जैसे मात पिता बिन बाल न होई, शरीर भी नों तो उपजे है। और रब ने भी इनू द्वैश में दो चीज़ां इकट्ठियां जोड़ दित्तियां ने, एक नूर, एक साध संगत संसार जिहदे अंदर शरीर पैदा किया, एक मिट्टी का शरीर, एक अंदर रब ने अपनी नूर रूप जोत, दो इकट्ठियां ने। जोत निकल जाए, शरीर तो मिट्टी है, शरीर की कोई पाया नहीं है। और मिट्टी आ शरीर जिन्हों माटी बादशाह ने कहा है, इस शरीर तो बगैर जोत की की पाया, कली आत्मा कुछ भी नहीं कर सकती। दोवां नूं रब ने जोड़ दिता है। जिन्हों तुसीं कहंदे हो अब्बल अल्लाह नूर उपाया, कुदरत के सब बंदे एक मिट्टी का आ पुतला बनाया, विच इहदे रब ने अपनी जोत रखी है। इदां द्वैश नाल संसार चलदा है, सुख दुख हरख सोग, खुशी गम, तंदुरुस्ती रोग, उस्तत निंदिया। आपां चाहुंदे एक चीज़ मिल जाए, दूजी ना मिले, उस्तत तां मिले, निंदिया ना कोई करे, सुख तां मिले पर दुख ना आवे, हर खुशी तां होवे पर सोग ना होवे, उतों आपां बचना चाहुंदे हैं। रब ने दोवां चीज़ां नूं जोड़ के इस संसार विच आपां नूं पैदा कीता है। और सिख नूं मैंटली परपेयर कीता इस गल लई कि सुख दुख दोए दर कपड़े, पहरे जाए मनुख। पर साध संगत जे पत्थरां दा ढेर लग्या पिया होवे, वो किसी तरतीब विच नहीं है, ਉਹਦੇ ਉੱਤੇ ਤੁਸੀਂ ਚੜ੍ਹ नहीं सकते, ਉਹਨੂੰ ਵਰਤੋਂ 'ਚ नहीं ਲਿਆ सकते। पत्थरां ਦਾ ਢੇਰ, ਉਹਦੇ ਤੇ ਚੜੋਗੇ ਖਿਸਕਦੇ ਜਾਓਗੇ, ਵਾਰ-ਵਾਰ ਡਿਗੋਗੇ। ਜੇ ਉਸ ਪੱਥਰਾਂ ਦੇ ਢੇਰ ਨੂੰ ਕੋਈ ਤਰਤੀਬ ਵਾਈਜ਼ ਚਿਣ ਕੇ ਸੀਮੈਂਟ ਨਾਲ ਪੌੜੀ ਬਣਾ ਦੇ, ਉਹੀਓ ਪੱਥਰ ਮੰਜ਼ਲ ਤੇ ਚੜ੍ਹਨ ਦੇ ਸਹਾਇਕ ਹੋ ਜਾਂਦੇ ਨੇ। इदां दुख संसार विच वार-वार आउंदे ने, असीं दुखां विच उलझ जाईदा। और साध संगत जिन्ना क सुख वल वधीदा, एक सुख वल जाईदा, जदों दूजा दुख शुरू हो जाता है। बहुतियां दा सवाल है, ਉਹਦੇ ਵਿੱਚ जीवन लंघदा जा रहा है, बार-बार खिसक जाते हैं, दो चार पौडे जाईदा फिर खिसक जाईदा, क्योंकि वो पत्थर तरतीब विच नहीं, वो दुख तरतीब विच नहीं। दुख सुख रब ने दे दिते ने, तरतीब तो बाहर आपां भटक रहे हैं। ਉਹਦੇ वास्ते पातशाह ने कहा अपने दुखों की पंड लिया के गुरु कोल रख दें। पातशाह तुसीं चिणन वाले हो, कारीगर हो, किरपा करो महाराज चिण दिओ तां जो असीं पौड़ी चढ़ जाइए। वो दुख चिणे जाण, फिर दुख दारू सुख रोग भया, जा सुख ताम ना होई। वो दुख सहायता करनगे भाई, वो दुख विच वाहिगुरु चेते आवे। पातशाह तुसीं चिण दिओ तरतीब वाइज, तरतीब तो बगैर ही पत्थर चोट दिंदा है। जदों गुरु ने तरतीब वाई चुन दिते, उदों साध संगत दुख दुख नहीं रहणगे, वो दुख भी सुखां दी पौड़ी बन जाएगी, दुख भी पौड़ी बन जाएगा गुरु तक जाण वास्ते। दोवें चीज़ां अकाल पुरख रब ने रखियां ने। और ये धार्मिक दुनिया में सानू याद रखण दी लोड़ है, जिहड़े बंदे दी बहुत तरक्की वडियाई हो रही है, उहनूं निंदिया वास्ते भी तैयार रहना चाहिए, क्योंकि निंदिया उहदी होनी होनी है। उन्होंने निंदिया वास्ते मैंटली परपेयर रहना चाहिए। और पातशाह ने बचन कहे, ਉਹਦੇ ਵਿੱਚ सुखी तुसीं तां रह सकते हो, उस्तत निंदिया हर सोग दुख सुख के अंदर। जे तरतीब बन्नण वाले गुरु का नाम याद है, फिर तुहानूं निंदिया तंग नहीं करेगी। हाँ उस्तत हुंदी है, कह दे दाता कहो नानक सब तेरी वडियाई। ते जिदन निंदिया होएगी वो तेरी नहीं होएगी, तैनूं दुख नहीं देणगे। वो निंदिया तैनूं दुखी नहीं कर सकेगी, क्योंकि वडियाई तू गुरु नूं सौंप दिती है। कहो नानक सब तेरी वडियाई, कोई नाउ न जाने मेरा। पातशाह ने बचन कहे, दुविधा तो बाहर निकल, दुख ते सुख हर सोग दे अंदर एक विवेक बुद्ध भाव, एक परमात्मा ते टिक जा। फिर दो पुड़ियां विच चलदे होए पिसदे दाणे भी वच जांदे ने, जे गवले एक कीले नाल जुड़ जाण, नहीं तां दुविधा ए फल नहीं जियो। इसलिए हुण हजूर मन नूं संबोधन कर रहे हन। मन रे थिर रहो, मत कत जाही जियो। आखो सतनाम श्री। साध संगत कहानी मन दी है, गल मन ते लग जाए तो दुखी हुंदा है, मन ते ना लगे तो कोई दुखी नहीं हुंदा। जिहड़ी गल मन ते लग जाए वही दुखी करती है, जिहड़ी मन ते ना लगे वो दुखी नहीं करती। इसलिए महाराज कहने मन थिर हो जा रब दे नाम ते। मन रे थिर रहो,
ਮਤ ਕਤ ਜਾਹੀ ਜੀਓ, ਇੱਧਰ ਉੱਧਰ ਨਾ ਭਟਕ, ਉਹਦੀ ਸਾਜੀ ਹੋਈ ਸ੍ਰਿਸ਼ਟੀ ਨੂੰ ਵੇਖ ਕੇ ਬਾਹਰ ਨਾ ਭਟਕ, ਅੰਦਰ ਵੇਖ, ਫਿਰ ਆਨੰਦ ਹੀ ਆਨੰਦ ਹੈ। ਬਾਹਰੋਂ ਫੁੱਲਾਂ ਨਾਲ ਕੰਡੇ ਨੇ, ਗਹਿਰਾਈ ਵਿੱਚ ਚੱਲ, ਜਦੋਂ ਦਾ ਅਰਕ ਕੱਢਿਆ ਜਾਂਦਾ ਹੈ ਫਿਰ ਕੰਡੇ ਨਹੀਂ, ਇਕੱਲੇ ਫੁੱਲਾਂ ਦਾ ਅਰਕ ਹੁੰਦਾ ਹੈ। ਏਦਾਂ ਭਾਈ ਬਾਹਰ ਤੋਂ ਅੰਦਰ ਤੱਕ, ਹੇ ਮਨ ਤੂੰ ਥਿਰ ਹੋ, ਇੱਕ ਜਗ੍ਹਾ ਤੇ ਸਥਿਰ ਰਹਿ। ਸਾਧ ਸੰਗਤ, ਕੱਲ ਇੱਕ ਬੰਗਾਲ ਤੋਂ, ਪੱਛਮੀ ਬੰਗਾਲ ਤੋਂ ਆਏ ਹੋਏ ਸੱਜਣ, ਇੱਥੇ ਛੁੱਟੀਆਂ ਕਰਕੇ ਹੁਣ ਸੰਗਤ ਬਹੁਤ ਆ ਰਹੀ ਹੈ, ਉਹ ਖਲੋਤੇ ਬਹੁਤ ਖੁਸ਼ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਲੰਗਰ ਵਿੱਚ ਕੋਈ ਗੱਲਾਂ ਕਰ ਰਹੇ। ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਕਹਿ ਰਹੇ ਨੇ? ਉਹ ਕਹਿੰਦੇ ਜੀ ਪਹਿਲਾਂ ਨਹੀਂ ਲੰਗਰ ਵਰਤਾਉਣ ਵੱਲ, ਜਿੱਥੇ ਛਕ ਕੇ ਆਏ ਨੇ ਉੱਥੇ ਵਰਤਾਉਣ ਦਾ ਸਿਸਟਮ ਵੇਖਿਆ, ਛਕਣ ਦਾ ਵੇਖਿਆ। ਇੱਕ 5 ਮਿੰਟਾਂ ਵਿੱਚ ਸੈਂਕੜੇ ਹਜ਼ਾਰਾਂ ਬੰਦੇ ਬਹਿ ਰਹੇ ਨੇ, ਹਜ਼ਾਰਾਂ ਉੱਠ ਰਹੇ ਨੇ। ਵਰਤਾਉਣ ਵਾਲੇ ਨਹੀਂ ਥੱਕ ਰਹੇ, ਬਣਾਉਣ ਵਾਲੇ ਨਹੀਂ ਥੱਕ ਰਹੇ, ਛਕਣ ਵਾਲੇ ਧਨ ਨੇ, ਲੱਖਾਂ ਹੀ ਆ ਰਹੇ ਨੇ। ਤੇ ਜਦੋਂ ਥਾਲ ਦੇਖ ਕੇ ਭਾਂਡੇ ਧੋਣ ਵਾਲਿਆਂ ਵੱਲ ਵੇਖਿਆ, ਉਦੋਂ ਉਹ ਬੰਗਾਲੀ ਹੱਥ ਜੋੜ ਕੇ ਖੜੇ ਸੀ, ਵਾਹ, ਇੱਥੇ ਨਾ ਬਰਤਨ ਧੋਣ ਵਾਲੇ ਥੱਕ ਰਹੇ ਨੇ। ਸਭ ਕੁਝ ਵੇਖ ਕੇ ਜਦੋਂ ਉਹ ਵਾਹ ਕਹਿ ਰਹੇ ਸਨ, ਉਦੋਂ ਮਨ ਦੇ ਅੰਦਰ ਖਿਆਲ ਆਇਆ, ਧੰਨ ਗੁਰੂ ਰਾਮਦਾਸ ਮਹਾਰਾਜ, ਤੇਰੇ ਦਰ ਦੀ ਇਹ ਵਡਿਆਈ ਹੈ। ਇੱਥੇ ਲੰਗਰ ਵਰਤਾਉਣ ਵਾਲੇ ਨਹੀਂ ਥੱਕਦੇ, ਬਣਾਉਣ ਵਾਲੇ ਨਹੀਂ ਥੱਕਦੇ, ਛਕਣ ਵਾਲੇ ਧੰਨ ਨੇ, ਬਰਤਨ ਧੋਣ ਵਾਲੇ ਧੰਨ ਨੇ। ਇੱਥੇ ਤਾਂ ਇੱਕੋ ਹੀ ਗੱਲ ਕਹਿਣੀ ਪੈਂਦੀ ਹੈ, ਤੇਰਾ ਅੰਤ ਨਾ ਪਾਰਾ ਵਾਰਿਆ। ਹੇ ਗੁਰੂ ਰਾਮਦਾਸ ਮਹਾਰਾਜ, ਤੇਰੇ ਦਰ ਦਾ ਅੰਤ ਨਹੀਂ ਹੈ। ਇੱਕ ਵਾਰ ਆਪਾਂ ਵੀ ਗੁਰੂ ਦੇ ਪਿਆਰ 'ਚ ਕਹੀਏ, ਸਾਰੇ ਆਖੋ, ਤੇਰਾ ਅੰਤ ਨਾ ਪਾਰਾ ਵਾਰਿਆ, ਤੇਰਾ ਅੰਤ ਨਾ ਪਾਰਾ ਵਾਰਿਆ, ਤੇਰਾ ਅੰਤ ਨਾ ਪਾਰਾ ਵਾਰਿਆ, ਤੇਰਾ ਅੰਤ ਨਾ ਪਾਰਾ। ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ। ਤੇਰਾ ਅੰਤ ਨਾ ਪਾਰਾ ਵਾਰਿਆ, ਤੇਰਾ ਅੰਤ ਨਾ ਪਾਰਾ ਵਾਰਿਆ, ਤੇਰਾ ਅੰਤ ਨਾ ਪਾਰਾ ਵਾਰਿਆ, ਤੇਰਾ ਅੰਤ ਨਾ ਪਾਰਾ ਵਾਰਿਆ। ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਜਿਨ ਸਿਰਿਆ ਤਿਨੈ ਸਵਾਰਿਆ, ਤੇਰਾ ਅੰਤ ਨਾ ਪਾਰਾ ਵਾਰਿਆ, ਤੇਰਾ ਅੰਤ ਨਾ ਪਾਰਾ ਵਾਰਿਆ। ਜਿਨ ਸਿਰਿਆ ਤਿਨੈ ਸਵਾਰਿਆ, ਤੇਰਾ ਅੰਤ ਨਾ ਪਾਰਾ ਵਾਰਿਆ, ਤੇਰਾ ਅੰਤ ਨਾ ਪਾਰਾ ਵਾਰਿਆ। ਆਖੋ ਸਤਨਾਮ ਸ੍ਰੀ। ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਚਨ ਕਹਿੰਦੇ, ਭਾਈ ਬਾਹਰ ਢੂੰਡਣ ਨਾਲ ਦੁੱਖ ਹਨ, ਅੰਦਰੋਂ ਖੋਜ ਕਰ, ਉਹ ਅੰਦਰ ਹੀ ਸਭ ਕੁਝ ਪ੍ਰਾਪਤ ਕਰਾਉਂਦੇ ਹਨ। ਬਾਹਰ ਢੂੰਡਤ ਬਹੁਤ ਦੁੱਖ ਪਾਵਹਿ, ਘਰ ਅੰਮ੍ਰਿਤ ਕਟ ਮਾਹੀ ਜੀਓ। ਹਿਰਦੇ ਘਰ ਦੇ ਅੰਦਰ ਹੀ ਅੰਮ੍ਰਿਤ ਹੈ, ਉਹ ਜਲ ਜਿਹੜਾ ਮਰਦਾ ਨਹੀਂ, ਉਹ ਸੁੱਖ ਜਿਹੜਾ ਖਤਮ ਨਹੀਂ ਹੁੰਦਾ, ਅੰਮ੍ਰਿਤ ਅਮਰ ਸੁੱਖ ਹੈ, ਉਹ ਅੰਦਰ ਹਿਰਦੇ ਘਰ ਵਿੱਚ ਹੈ, ਬਾਹਰ ਪਦਾਰਥਾਂ ਵਿੱਚ ਨਹੀਂ। ਪਦਾਰਥਾਂ ਵਿੱਚ ਸੁੱਖ ਹੈ, ਪਰ ਕੁਝ ਵਕਤ ਦਾ ਸੁੱਖ ਹੈ। ਪਹਿਨਣ ਪਹਿਰਾਵੇ ਸੁੱਖ ਹੈ, ਕੁਝ ਵਕਤ ਦਾ ਸੁੱਖ ਹੈ। ਪਰਮਾਤਮਾ ਦੇ ਨਾਮ ਵਿੱਚ ਸਦੀਵੀ ਸੁੱਖ ਹੈ। ਜੇ ਤੂੰ ਸੁੱਖ ਚਾਹੁੰਦਾ, ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ, ਅੰਦਰ ਹੀ ਸੁੱਖ ਹੈ। ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਬਾਹਰ ਵਰ ਮੈਂ ਕਾਬੇ ਗਿਆ,
यारत करने वास्ते एक दिन साईं नाल, रब नाल, खुदा नाल, अल्लाह नाल रोस किया, मेरे विच कोई दोष तां दस, तूं दर्शन ही नहीं दिंदा। इन्नी वार हज कर लिया, कोई दोष है तां दोष तां दसो। मैं घर दा काम छड्ड के, कारोबार छड्ड के हज करन जांदा इन्नी दूर, ते हज कीतियां दे धार नहीं हो रहे, फिर साईं हज करन दा की फायदा है? दसो दोष की है? कहने फिर अगली बार वो साईं खुदा दे दर्शन होए, जिहड़ा खुदा सी ना काबे विच रहिंदा, मेरे नाल लड़ पिया। वो गुस्से हो गया, लड़ के मोहरियों खुदा बोलिया, ते अल्लाह ताला लड़ के साईं ने फिर कहा कि वो दो श्लोक कट्ठे ही महाराज की बाणी च कहने, कबीर हज काबे होए होए गया, केती वार कबीर साईं मुझ में क्या खता, मुखो ना बोले पीर। हुण खुदा बोलिया, फिर लड़ पिया। हज काबे हो जाए था, आगे मिलिया खुदाए, साईं मुझ स्यों लड़ परिया, तुझे किन फरमाई गाए। लड़ के खुदा ने कहा, तेनू किने फरमाया? मैं कला काबे विच रहने, मैं तां हर हिरदे विच रहना, तू याद तां कर, मैं तां अंदर रहना। कहंदे फिर खुदा ने जो कहा वो उपदेश हुण अगे फिर भगत कबीर साहब ने गुरु ग्रंथ साहब महाराज की बाणी च कहा। अज उन्हां दा जन्म दिहाड़ा, तां मैं ये सारे शब्द लवांगा। वो कहंदे फिर समझ आई कि दखण देश हरी का वासा। हिंदू कहंदे ने, ठीक है, पूजदे ने, पूजना चाहिए, पर असलीयत की वो भी सुन लियो। पश्चिम वाले मुकम्मा दिल में खोज, दिले दिल खोजो यही ठौर मुकम्मा। खुदा ने लड़के कहा, मैं तो दिल विच रहना, दिल नूं खोज, बाहर ढूंढण दी लोड़ नहीं। बाहर ढूंढत बहुत दुख पावे, घर अमृत घट माही जी। दिल में खोज, दिले दिल खोजो यही ठौर मुकम्मा। एक श्लोक होर सुनियो, शेख सबूरी बहरा, क्या हज काबे जाए। ए शेख, काबे नूं क्यों बार बार भजदा? खुदा ने तो तेरा शरीर ही मसीत काबा बनाया, वो अंदर ही रहिंदा है। जाकी दिल साबत नहीं, ताको कहां खुदाए। दिल साबत नहीं है, दुबदा है, टुटिया हुआ है, भरम है, तो किवें तैनूं खुदा मिलेगा? साबत चीज उगदी है, दली हुई चीज नहीं उगदी। दाल दलियो पा दिओ, उगदी नहीं कदे। दाना कणक का दलियो पा दिओ जमीन च, कदे भी नहीं उगदा। साबत दाना उगदा है। इदां जाकी दिल साबत नहीं, ताको कहां खुदाए। भगत कबीर साहब बनारस विच रहिंदे ने। बनारस विच उन्हां दा गुरु रामानंद रहिंदा है। उच्ची जाति करके राजे ने पाबंदी लाई है वे शूद्रां नूं तूं अपनी पाठशाला च नहीं बाड़ेगा, शूद्र नूं पढ़ा नहीं सकदा, शूद्र नूं नाम नहीं दे सकदा। उस वक्त दे हालात। रामानंद अंदरों रब नाल जुड़िया हुआ है, पर राजे की मर्यादा च है, क्योंकि राजे ने वो धर्मशाल बना के दी है। कहंदे फिर गुरु तो लैण वास्ते वेखो, गुरु दे चरण छूजण। गुरु एक बचन भी कह दे, सामने वाला कमाउण वाला होवे, एक कोई बचन जे साबत दिल नाल कमाईए तो किते दी किते पहुंच जाईदा। कहंदे वेखे अमृत वेले गंगा नहाउण जांदा है, कौन? रामानंद। कबीर साहब रस्ते विच लेट गए। जदों रामानंद कोल आए तो पैर मार के उठा के कहा, उठ राम के राम बोल। ओ भाई, कौन सुता पे? उठ राम के, रब दे बंदिया राम बोल। जदों ने कहा राम बोल, कबीर साहब ने बोलिया, भाव एक जपन वाले गुरु साधु दी चरण धूड़ मिली, चरण लगदे ओदी जुबान तो कहा बोल, दोहराया, वो कम कर गया। वाहिगुरु आपां सीधा भी कह सकते हैं, पर माफ करियो, गुरमत की प्रक्रिया है। जदों पंज प्यारे नाम दिंदे ने उदों फलीभूत हुंदा है। तुसीं सीधा भी जप सकते हो वाहिगुरु, पर पंज प्यारियां दा दिता फलीभूत होने क्यों? उन्हां विचों गुरु वरतदा। उस तो इलावा कहो जी मैं आपे ही किरपान पा लई है, आपे ही मैं सतराम वाहिगुरु कह लेना, नितनेम ही करना कर लईदा। नहीं, पंज प्यारे भी जरूरी ने, क्योंकि गुरु उन्हां विचों गुरु रूप वरतदा। गुरु ते दिते हुए नाम नाल ही फलीभूत होईदा, अपने आप नहीं। अपने आप जपण नाल मन शुद्ध हुंदा, चंगी गल है।
ਪਰ ਤੁਹਾਨੂੰ ਉਹ ਪ੍ਰਕਿਰਿਆ ਚੋਂ ਗੁਜ਼ਰਨਾ ਪਏਗਾ। ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਘਰ ਬੈਠਿਆਂ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਨੇ, ਪਰ ਡਿਗਰੀ ਲੈਣ ਲਈ ਕਿਸੇ ਯੂਨੀਵਰਸਿਟੀ ਵਿੱਚ ਦਾਖਲਾ ਭਰਨਾ ਪੈਂਦਾ, ਪੇਪਰ ਉਹਦੇ ਥਰੂ ਹੁੰਦੇ ਨੇ। ਘਰ ਬੈਠਿਆਂ ਨੌਲੇਜ ਹੋ ਸਕਦੀ ਹੈ ਕਿਸੇ ਕਿਤਾਬ ਦੀ। ਇਦਾਂ ਸਾਧ ਸੰਗਤ ਗੁਰੂ ਦੀ ਪ੍ਰਕਿਰਿਆ ਜ਼ਰੂਰੀ ਹੈ। ਭਾਈ ਗੁਰਦਾਸ ਸਾਹਿਬ ਲਿਖਦੇ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ, ਹੋਏ ਵਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ, ਅੱਗੋਂ ਹੀ ਦੇ ਜਾਏ ਕਹਿ ਲੰਮਾ ਪਿਆ ਕਬੀਰ ਤੇ ਥਾਈ। ਪੈਰੀ ਟੋਂਬੋ ਠਾਲਿਆ ਬੋਲੋ ਰਾਮ ਸਿੱਖ ਸਮਝਾਈ। ਝਰਨਾ ਝਰਦਾ ਨਿਜਰੋਂ, ਜਦੋਂ ਕਿਹਾ ਨਾ ਬੋਲ ਰਾਮ ਕੇ ਰਾਮ ਬੋਲ, ਬਸ ਉੱਥੋਂ ਹੀ ਫਿਰ ਝਰਨਾ ਚੱਲ ਪਿਆ। ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅਕੜ ਕੜਾਈ। ਫਿਰ ਕੀ ਹੋਇਆ? ਰਾਮ ਕਬੀਰ ਹੈ ਭੇਦ ਨਾ ਪਾਈ। ਉਹ ਗੁਰੂ ਦਾ ਦਿੱਤਾ ਨਾਮ ਜਪ ਕੇ ਰੱਬ ਵਿੱਚ ਤੇ ਕਬੀਰ ਵਿੱਚ ਭੇਦ ਨਾ ਰਿਹਾ, ਇੱਕਮਿਕ ਹੋ ਗਏ। ਫਿਰ ਭਗਤ ਕਬੀਰ ਸਾਹਿਬ ਨੇ ਕਿਹਾ ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਇੱਕ ਭਏ ਹੈ ਕੋਈ ਨਾ ਸਕੈ ਪਛਾਨੀ। ਜਦੋਂ ਗੁਰੂ ਨੇ ਮਿਹਰ ਦਾ ਹੱਥ ਰੱਖਿਆ, ਕਬੀਰ ਤੇ ਰੱਬ ਇੱਕ ਹੋ ਗਏ। ਇਸ ਲਈ ਗੁਰੂ ਵਾਲੇ ਬਣਨਾ ਜ਼ਰੂਰੀ ਹੈ। ਅੰਮ੍ਰਿਤ ਜ਼ਰੂਰ ਛਕੋ, ਇਸ ਭੁਲੇਖੇ 'ਚ ਨਾ ਦਿਓ। ਕੱਲ ਇੱਕ ਕਈਆਂ ਦਾ ਸਵਾਲ ਹੈ ਜੀ, ਚਰਨ ਧੂੜ। ਚਰਨ ਧੂੜ ਗੁਰਮਤਿ ਵਿੱਚ ਵਡਿਆਈ ਹੈ। ਔਰ ਉਹ ਬੰਦਾ ਮੈਨੂੰ ਕਹਿੰਦਾ, ਭਾਈ ਸਾਹਿਬ ਜੀ ਪਿੰਡਾਂ 'ਚ ਇਸ ਗੱਲ ਦਾ ਝਗੜਾ ਹੁੰਦਾ ਹੈ ਵੀ ਲੋਕ ਹਰੇਕ ਦੀਆਂ ਜੁੱਤੀਆਂ ਚੁੱਕ ਕੇ ਮੱਥੇ ਨੂੰ ਲਾਈ ਜਾਂਦੇ ਨੇ। ਉਹ ਲੋਕ ਕਹਿੰਦੇ ਨੇ ਸਾਡੇ ਜੋੜੇ ਭਾਈ ਮੱਥੇ ਨੂੰ ਨਾ ਲਾਓ। ਮਾਫ ਕਰਿਓ, ਇਹ ਵੀ ਨੁਕਸ ਹੈ ਕਿ ਤੁਸੀਂ ਜੋੜਾ ਚੱਕ ਕੇ ਸਵੇਰੇ ਤਾਂ ਉਹਨਾਂ ਨਾਲ ਮੱਥੇ ਨੂੰ ਲਾਉਂਦੇ ਹੋ, ਤੇ ਦਿਨੇ ਉਹੀਓ ਪਿੰਡ ਦੇ ਬੰਦੇ ਹੁੰਦੇ ਨੇ, ਉਹੀਓ ਪਿੰਡ 'ਚ ਰਹਿੰਦੇ ਨੇ, ਦਿਨੇ ਉਹਨਾਂ ਨੂੰ ਵੱਢ ਖਾਣ ਨੂੰ ਪੈਂਦੇ ਹੋ। ਫਿਰ ਉਹ ਜੋੜੇ ਮੱਥੇ ਨੂੰ ਲਾਉਣ ਦਾ ਕੀ ਫਾਇਦਾ? ਸਵੇਰੇ ਗੁਰਦੁਆਰੇ ਚੁੱਕ ਕੇ ਜੋੜਾ ਮੱਥੇ ਨੂੰ ਲਾਇਆ, ਦਿਨੇ ਸਾਰਾ ਦਿਨ ਉਹਨੂੰ ਜ਼ਹਿਰ ਨਾਲ ਵੇਖਿਆ, ਉਹਨੂੰ ਵੱਢ ਖਾਣ ਨੂੰ ਪੈਂਦੇ ਹੋ। ਉਹ ਜੋੜੇ ਲਾਉਣ ਦਾ ਫਾਇਦਾ ਨਹੀਂ। ਹਾਂ, ਚਰਨ ਧੂੜ ਜੋੜੇ ਮਸਤਕ ਲਾਉਣ ਦੀ ਜਿਹੜੀ ਗੱਲ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪਹਿਲਾਂ ਪੁੱਛ ਲਓ ਵੀ ਚਰਨ ਧੂੜ ਲੈਣੀ ਕਿਹਦੀ ਹੈ। ਇਹ ਨਾ ਹੋਵੇ ਜਿਹੜਾ ਸਵੇਰੇ ਰੱਜ ਕੇ ਪਹਿਲਾਂ ਰਾਤੀ ਸੁੱਤਾ ਹੋਵੇ, ਉਹਦੀ ਸਵੇਰ ਤੱਕ ਉਤਰੀ ਨਾ ਹੋਵੇ। ਉਹ ਤਾਂ ਵਿਚਾਰਾ ਆਪਣੀ ਭੁੱਲ ਬਖਸ਼ਾਉਣ ਲਈ ਮੱਥਾ ਟੇਕਣ ਗਿਆ, ਜੋੜਾ ਚੱਕ ਕੇ ਉਹਦਾ ਮੱਥੇ ਨੂੰ ਲਾ ਰਹੇ ਹੋ, ਉਹ ਤੁਹਾਡਾ ਕੀ ਸਵਾਰੇਗਾ? ਜਿਹੜਾ ਆਪ ਬੰਦਾ ਨਸ਼ੇ 'ਚ ਟੁੰਨ ਹੈ, ਅਜੇ ਸਵੇਰੇ ਚੰਗੀ ਤਰ੍ਹਾਂ ਉਤਰੀ ਨਹੀਂ, ਉਹ ਤਾਂ ਆਪਣੀ ਭੁੱਲ ਬਖਸ਼ਾਉਣ ਗੁਰਦੁਆਰੇ ਗਿਆ। ਤੁਸੀਂ ਜੋੜਾ ਚੁੱਕ ਕੇ ਮਸਤਕ ਨੂੰ ਲਾਓ, ਉਹ ਜੋੜਾ ਕੀ ਸਵਾਰੇਗਾ? ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛ ਲਈਏ, ਮਹਾਰਾਜ ਚਰਨ ਧੂੜ ਕਿਹਨਾਂ ਦੀ ਲੈਣੀ ਹੈ? ਪਾਤਸ਼ਾਹ ਕਹਿਣਗੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀਗਤ ਪਾਹੇ। ਇਸ ਗੱਲ ਦਾ ਖਿਆਲ ਰੱਖਿਆ ਜਾਵੇ। ਜੇ ਫਿਰ ਚਰਨ ਧੂੜ ਲੈਣੀ, ਨਿਮਰਤਾ ਹੋਣੀ ਚਾਹੀਦੀ ਹੈ। ਇਹਨੂੰ ਬਾਹਰੀ ਤੌਰ ਤੇ ਪਖੰਡ ਨਹੀਂ। ਅੱਜ ਪਾਤਸ਼ਾਹ ਨੇ ਇਹੋ ਗੱਲ ਕਹੀ, ਔਗਣ ਛੱਡ ਗੁਣਾਂ ਵੱਲ ਤੁਰ। ਰਹਾਉ ਅਵਗੁਣ ਛੋੜ ਗੁਣਾ ਕਉ ਧਾਵਹੁ, ਕਰ ਅਵਗੁਣ ਪਛੁਤਾਹੀ ਜੀਉ। ਹੇ ਮਨਾ ਔਗਣ ਛੱਡ, ਗੁਣਾਂ ਨੂੰ ਧਾਰਨ ਕਰ। ਔਗਣ ਕਰਨ ਨਾਲ ਤੇਰੇ ਪੱਲੇ ਪਛਤਾਵਾ ਹੀ ਪੈਣਾ ਹੈ। ਸਾਰੇ ਆਪ ਸਰ ਕੀ ਸਾਰ ਨਾ ਜਾਣ ਹੈ, ਫਿਰ ਕੀਚ ਬੁਢਾਹੀ ਜੀਉ। ਉਹਦੇ ਵਾਸਤੇ ਹਜ਼ੂਰ ਨੇ ਕਿਹਾ ਗੁਰੂ ਕੋਲੋਂ ਸਿੱਖ। ਗੁਣ ਔਗਣ ਕੀ ਹੈ? ਸਰ ਅਪਸਰ, ਚੰਗਾ ਮਾੜਾ ਕੀ ਹੈ? ਜੇ ਤੂੰ ਨਾ ਸਿੱਖਿਆ, ਵਾਰ-ਵਾਰ ਚੰਗੇ ਮਾੜੇ ਇਹਨਾਂ ਕਰਮਾਂ ਵਿੱਚ ਪੈ ਕੇ ਤੈਨੂੰ ਚੰਗੇ ਮਾੜੇ ਦੀ ਪਹਿਚਾਣ ਨਹੀਂ, ਮਾੜੇ ਕਰਮਾਂ ਦੇ ਚਿੱਕੜ ਵਿੱਚ ਵਾਰ-ਵਾਰ ਡੁੱਬਦਾ ਰਹੇਗਾ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਉ। ਸਤਨਾਮ ਸ੍ਰੀ ਵਾਹਿਗੁਰੂ। ਉਹੀਓ ਗੱਲ ਆ ਗਈ, ਅੰਤਰ ਮਹਿਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜਿਉ। ਬਾਹਰੋਂ ਪਖੰਡ ਕਰਨ ਦਾ ਕੀ ਫਾਇਦਾ? ਬਾਹਰੋਂ ਚੁੱਕੇ ਆ ਵੀ ਕਰ ਰਹੇ, ਆ ਵੀ ਕਰ ਰਹੇ, ਅੰਦਰ ਮਹਿਲ ਹੈ, ਕਪਟ ਹੈ, ਦੂਜੇ ਨਾਲ ਈਰਖਾ ਦਵੈਸ਼ ਹੈ। ਦਿਨੇ ਉਹਨੂੰ ਮਾੜਾ ਕਹਿੰਦੇ ਹੋ, ਸਵੇਰੇ ਕਹਿੰਦੇ ਉਹਦੇ ਜੋੜੇ ਮੱਥੇ ਨੂੰ ਲਾ ਲਈਏ। ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਇਹ ਅੰਦਰ ਦੀ ਮੈਲ ਲੋਭ ਝੂਠ ਛੱਡਣਾ ਪਏਗਾ। ਇਹ ਬਾਹਰੋਂ ਨਹਾਉਣ ਦਾ ਕੋਈ ਲਾਭ ਨਹੀਂ ਹੈ। ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਉ। ਕਹਿੰਦੇ ਗੁਰੂ ਦੇ ਰਾਹੀਂ ਮੈਲ ਲਾਉਣ ਵਾਲਾ ਨਾਮ, ਨਿਰਮਲ ਨਾਮ ਜਪ ਰੋਜ਼।
ਅੰਤਰ ਕੀ ਗਤ ਤਾਹੀ ਜੀਓ। ਫਿਰ ਤੇਰੇ ਅੰਦਰ ਦੀ ਗਤੀ ਭਾਵ ਮੁਕਤੀ ਹੋ ਜਾਏਗੀ। ਫਿਰ ਇਹ ਮੈਲ ਝੂਠ ਲੋਭ ਵਿਕਾਰ ਇਹ ਉਤਰਨੇ ਸ਼ੁਰੂ ਹੋ ਜਾਣਗੇ। ਇਸ ਲਈ ਚਿੱਤ ਜੋੜ ਕੇ ਮਨ ਨੂੰ ਜਪਾਇਆ ਕਰ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਮਨ ਗੁਰ 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 ਸਦ ਕਰੀਏ, ਰਤਨ ਜਨਮ ਸਫਲ ਗੁਰ ਕੀਆ, ਦਰਸ਼ਨ ਕੋ ਬਲ ਹਰੀਏ। ਚਿੱਤ ਜੋੜ ਕੇ ਗੁਰੂ ਦਾ ਨਿਰਮਲ ਨਾਮ ਜਪ। ਹਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਜੇ ਤੂੰ ਉਸ ਅੰਮ੍ਰਿਤ ਤੱਕ ਪਹੁੰਚਣਾ ਹੈ, ਜਿਹਨੂੰ ਕਿਹਾ ਜਿਸ ਜਲਨਿਧ ਕਾਰਨ ਤੁਮ ਜਗ ਆਏ, ਫਿਰ ਉਹਦੇ ਵਾਸਤੇ ਕਿਹਾ ਪਰ ਹਰ ਲੋਭ ਵੀ ਛੱਡ, ਨਿੰਦਾ ਵੀ ਛੱਡ, ਕੂੜ ਵੀ ਛੱਡ, ਇਹ ਸਭ ਕੁਝ ਤਿਆਗ, ਗੁਰੂ ਦੇ ਬਚਨ ਧਾਰਨ ਕਰ, ਗੁਰੂ ਦਾ ਉਪਦੇਸ਼ ਸੁਣ, ਤੈਨੂੰ ਫਲ ਪ੍ਰਾਪਤ ਹੋਵੇ। ਜਿਉ ਭਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਬਖਸ਼ਿਸ਼ ਕਰਦੇ, ਕਹਿੰਦੇ ਜਿਵੇਂ ਇਹ ਅਕਾਲ ਪੁਰਖ ਵਾਹਿਗੁਰੂ ਤੈਨੂੰ ਭਾਉਂਦਾ ਤਿਵੇਂ ਤੂੰ ਰੱਖਦਾ ਹੈ। ਅਸੀਂ ਤਾਂ ਸ਼ਬਦ ਦੀ ਸਲਾਹਨਾ ਕਰਨੀ ਹੈ, ਉਸ ਤਤ ਵਡਿਆਈ ਕਰਨੀ ਹੈ। ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਫਿਰ ਉਵੇਂ ਉਹ ਰੱਖ ਲੈਂਦਾ, ਪਰ ਜੀਵ ਦਾ ਫਰਜ਼ ਹੈ ਉਹ ਸ਼ਬਦ ਦੀ ਵਡਿਆਈ ਕਰੇ, ਨਾਮ ਜਪੇ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੇ, ਫਿਰ ਉਹਨੂੰ ਰੱਖ ਲੈਂਦਾ। ਅਰਦਾਸ ਕਰਨੀ ਸਾਧ ਸੰਗਤ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ। ਕਿਉਂ? ਸਰੀਰ ਦੇ ਰੋਗ ਕੋਈ ਡਾਕਟਰ ਬਾਹਰੋਂ ਦਵਾਈ ਦੇ ਸਕਦਾ? ਸੁਰਤੀ ਦੇ ਰੋਗਾਂ ਦੀ ਕਿਸੇ ਡਾਕਟਰ ਕੋਲ ਦਵਾਈ ਨਹੀਂ। ਕਹਿ ਦੋ ਜਾ ਕੇ ਮੈਨੂੰ ਗੁੱਸਾ ਬਹੁਤ ਆਉਂਦਾ ਹੈ, ਬੀਪੀ ਦੀ ਦਵਾਈ ਦੇ ਦੇਗਾ, ਕ੍ਰੋਧ ਦੀ ਕੋਈ ਦਵਾਈ ਨਹੀਂ। ਕਹੋ ਜਾ ਕੇ ਮੇਰੇ ਮਨ 'ਚ ਮਾੜੇ ਖਿਆਲ ਆਉਂਦੇ ਨੇ, ਕਿਸੇ ਡਾਕਟਰ ਕੋਲ ਕੋਈ ਦਵਾਈ ਨਹੀਂ। ਕਹੋ ਮੇਰੀਆਂ ਅੱਖਾਂ ਆ ਕੁਝ ਬੁਰਾ ਵੇਖਦੀਆਂ, ਕਿਸੇ ਡਾਕਟਰ ਕੋਲ ਕੋਈ ਦਵਾਈ ਨਹੀਂ। ਸੁਰਤੀ ਦੇ ਰੋਗਾਂ ਦੀ ਕੋਈ ਗੁਰੂ ਵੈਦ ਕੋਲ ਦਵਾਈ ਹੈ, ਮੇਰਾ ਵੈਦ ਗੁਰੂ ਗੋਬਿੰਦਾ। ਦਵਾਈ ਵੀ ਇੱਕੋ ਹੈ, ਸਰਬ ਰੋਗ ਕਾ ਔਖਦ ਨਾਮ। ਉਹ ਸੁਰਤੀ ਦੇ ਰੋਗਾਂ ਦਾ ਇਲਾਜ ਕਰਦਾ, ਪਰ ਕਹਿਣਾ ਪੈਂਦਾ ਉਹਨੂੰ ਜਾ ਕੇ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤਿੰਨ ਕੋ ਢਾਰੋ, ਆਪਨ ਨਿਕਟ ਬੁਲਾਵੋ। ਪਾਤਸ਼ਾਹ ਕਿਰਪਾ ਕਰੋ, ਨਾਨਕ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਵੋ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਮੂਹ ਸੰਗਤਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ, ਔਰ ਬਹੁਤ ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਦਾ, ਸਾਧ ਸੰਗਤ ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀ ਦਾ, ਜਿਨ੍ਹਾਂ ਨੇ ਸੇਵਾ ਬਖਸ਼ੀ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ। ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ, ਪਾਤਸ਼ਾਹ ਸਾਨੂੰ ਇਹ ਮਤ ਬੁੱਧ ਬਖਸ਼ਿਸ਼ ਕਰੋ, ਅਸੀਂ ਦੱਸੇ ਹੋਏ ਮਾਰਗ ਉੱਤੇ ਤੁਰ ਸਕੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਦਰ ਕਰਨ, ਇਹ ਜੀਵਨ ਜਨਮ ਜੋ ਪ੍ਰਾਪਤ ਹੋਇਆ, ਰਹਿੰਦਾ ਸਮਾਂ ਸਵਾਸ ਗੁਰੂ ਦੇ ਬਚਨ ਮਾਰਗ ਤੇ ਤੁਰ ਕੇ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਆਓ ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੋ ਜੀ। ਹਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।